चरना मिरत लिया। जद उसने प्रभु नूं पाउण दा राह पुछया तां आप जी ने फरमाया, केवल भरम दी काई मेटना ही उस नूं पाउण दा राह है। विवेक द्वारा उस नूं इन्हां तिन्नां अवस्थावां तों ਉੱਚਾ ਹੋਣ ਦਾ ਵੀ ਵੱਲ ਦੱਸਿਆ। ਸਮਾਣਾ ਸ਼ਾਹਪੁਰ ਦੇ ਲਾਗਲੇ ਪਿੰਡਾਂ ਤੇ ਬਖਸ਼ਿਸ਼ਾਂ ਕਰਦੇ ਅਲੀ ਸ਼ੇਰ ਕਲਾਂ ਪੁੱਜੇ। ਅਲੀ ਸ਼ੇਰ ਪਿੰਡ ਧੀਆਂ ਦਾ ਵਪਾਰ ਕਰਕੇ ਬੜਾ ਬਦਨਾਮ ਸੀ। ਵਸਨੀਕ ਧੀਆਂ ਦੇ ਵਣਜਾਰੇ ਕਰਕੇ ਜਾਣੇ ਜਾਂਦੇ ਸਨ। ਆਪ ਜੀ ਨੇ ਐਸਾ ਕਰਨ ਤੋਂ ਵਰਜਿਆ ਤੇ ਸਤਿਕਾਰ ਨਾਲ ਬੱਚਿਆਂ ਨੂੰ ਵਿਆਹੁਣ ਦਾ ਹੁਕਮ ਕੀਤਾ। ਉੱਥੋਂ ਖਿਆਲਾ ਖਾਨ ਪਿੰਡ ਰਹਿ ਕੇ ਮੌੜ ਦੀ ਇੱਕ ਜੰਡ ਹੇਠਾਂ ਡੇਰਾ ਕੀਤਾ। ਲੋਕ ਭੱਜੇ ਆਏ ਕਿ ਜੰਡ ਹੇਠਾਂ ਭੂਤਾਂ ਦਾ ਵਾਸਾ ਹੈ, ਕਿਸੇ ਨੂੰ ਵਸਣ ਨਹੀਂ ਦਿੰਦੇ। ਕਈ ਪੁਰਸ਼ ਡੇਰਾ ਕਰਦੇ ਹੀ ਮਾਰੇ ਗਏ ਹਨ। ਮਹਾਰਾਜ ਨੇ ਮੁਸਕਰਾ ਕੇ ਕਿਹਾ, ਸ਼ਾਇਦ ਵਾਹਿਗੁਰੂ ਪ੍ਰੇਤਾਂ ਦੇ ਕਲਿਆਣ ਲਈ ਸੰਗਤ ਨੂੰ ਇੱਥੇ ਲਿਆਏ ਹਨ। ਕੀਰਤਨ ਕਰਦੇ ਸਾਰ ਸਭ ਲੋਕਾਂ ਦਾ ਭਰਮ ਦੂਰ ਹੋਇਆ ਅਤੇ ਸਹਿਮ ਮੁੱਕਿਆ। ਉੱਥੇ ਹੀ ਹੁਣ ਗੁਰਦੁਆਰਾ ਟਾਹਲਾ ਸਾਹਿਬ ਹੈ। ਇੱਥੇ ਹੀ ਖਬਰ ਪੁੱਜੀ ਕਿ ਦੇਸੂ ਫਿਰ ਕਬਰ ਪੂਜ ਹੋ ਗਿਆ ਹੈ। ਮਹਾਰਾਜ ਨੇ ਸੁਭਾਵਿਕ ਕਿਹਾ, ਦਾਤ ਸੰਭਾਲੀ ਨਹੀਂ ਗਈ ਸੂ, ਦੁੱਖ ਪਾਏਂਗਾ। ਮਾਨੀ ਮਿੱਤ ਨਹੀਂ, ਲਾਲਚੀ ਸਿੱਖ ਨਹੀਂ। ਜੰਡ ਵਿੱਚ ਪਿੱਪਲ ਪੈਦਾ ਹੋ ਸਕਦਾ ਹੈ, ਪਰ ਜਦ ਹਿਰਦਾ ਹੀ ਵਿਗੜ ਜਾਏ ਕੁਝ ਪ੍ਰਾਪਤ ਨਹੀਂ ਹੁੰਦਾ। ਸੱਚਮੁੱਚ ਅਜਿਹਾ ਹੀ ਹੋਇਆ। ਜੰਡ ਵਿੱਚੋਂ ਪਿੱਪਲ ਉੱਗਿਆ, ਦੇਸੂ ਗੁਜ਼ਰ ਗਿਆ। ਉਸ ਦਾ ਪੁੱਤਰ ਗੈਂਡਾ ਸਾਲਿਆ ਹੱਥੋਂ ਮਾਰਿਆ ਗਿਆ। ਗੈਂਡੇ ਦੇ ਪੁੱਤਰ ਨੂੰ ਸ਼ਰੀਕਾ ਮਾਰ ਦਿੱਤਾ। ਉੱਥੋਂ ਆਪ ਜੀ ਡਿੱਖ, ਸਾਬੋ ਕੀ ਤਲਵੰਡੀ, ਬਰਾ, ਬਛੁਆਣਾ ਅਤੇ ਪਤਨ ਪਾਰ ਕਰਕੇ ਤਮਤਾਨ ਪੁੱਜੇ। ਮਾਲਵਾ ਵਿੱਚ ਵਿਚਰਦੇ ਗੁਰੂ ਜੀ ਨੂੰ ਤਕਰੀਬਨ 1.5 ਮਹੀਨਾ ਹੋ ਗਿਆ ਸੀ। ਉਧਰ ਔਰੰਗਜ਼ੇਬ ਪਾਸ ਸਾਜ਼ਿਸ਼ੀ ਗੁਰੂ ਜੀ ਦੇ ਵਿਰੁੱਧ ਕੰਨ ਭਰ ਰਹੇ ਸਨ। ਇਹ ਖਬਰ ਪੁੱਜੀ ਕਿ ਅਬ ਰਾਮ ਰਾਏ ਹਕੂਮਤ ਕੇ ਜ਼ੋਰ ਸੇ ਗੁਰੂ ਬਣਨਾ ਚਾਹਤਾ ਹੈ। ਦੂਜੇ ਇਹ ਵੀ ਹੋ ਸਕਦਾ ਹੈ ਕਿ ਕਾਜ਼ੀਆਂ ਅਤੇ ਬ੍ਰਾਹਮਣਾਂ ਨੇ ਇਸ ਇਲਾਕੇ ਵਿੱਚ ਪ੍ਰਚਾਰ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਅਤੇ ਔਰੰਗਜ਼ੇਬ ਨੇ ਬੁਲਾਉਣ ਲਈ ਕਿਹਾ ਹੋਵੇ। ਪਾਤਸ਼ਾਹ ਬਿਰੁੰਜੀ ਵਿੱਚ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ, ਜੋ ਗੁਰੂ ਨਾਨਕ ਦੇ ਧਰਮ ਦੇ ਸੰਤ ਹਨ, ਰਾਮ ਅਤੇ ਕ੍ਰਿਸ਼ਨ ਜਾਂ ਕਿਸੇ ਦੇਵੀ ਦੇਵਤੇ ਦਾ ਨਾਮ ਨਹੀਂ ਲੈਂਦੇ। ਮਹਿਮਾ ਪ੍ਰਕਾਸ਼ ਦਾ ਇਹ ਕਹਿਣਾ ਠੀਕ ਹੈ ਕਿ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਦੀ ਹੋ ਰਹੀ ਮਹਿਮਾ ਤੋਂ ਚਿੜ ਰਿਹਾ ਸੀ ਅਤੇ ਅਖਵਾ ਭੇਜਿਆ ਕਿ ਤੁਸੀਂ ਪੀਰ ਖਵਾਉਂਦੇ ਹੋ ਤਾਂ ਆ ਕਰਾਮਾਤਾਂ ਦਿਖਾਵੋ। ਸੁਣ ਮਹਿਮਾ ਆਲਮਗੀਰ ਰਿਸਾਈ, ਸ਼੍ਰੀ ਸਤਿਗੁਰ ਜੀ ਕਹਿ ਪਠਵਾਈ। ਤੁਮ ਹਿੰਦ ਕੇ ਗੁਰੂ ਕਹਾਵੋ, ਕਛ ਹਮਕੋ ਕਰਾਮਾਤ ਦਿਖਲਾਵੋ। ਸੋ ਗ੍ਰਿਫਤਾਰੀ ਨਾਲੋਂ ਇਹ ਬੁਲਾਵਾ ਹੀ ਸਮਝਣਾ ਚਾਹੀਦਾ ਹੈ। ਵਹੀਂ ਯਾਦੋ ਬੰਸੀਆਂ ਦੇ ਖਾਤੇ ਦੇ ਸ਼ਬਦ ਭਾਵਪੂਰਤ ਹਨ। ਜਿੱਥੇ ਇਹ ਲਿਖਿਆ ਹੈ ਕਿ ਔਰੰਗਜ਼ੇਬ ਦੇ ਹੁਕਮ ਨਾਲ ਆਲਮ ਖਾਨ ਰਹੇਲਾ ਦਿੱਲੀ ਲੈਣ ਲਈ ਆਇਆ, ਪੂਰੇ ਸ਼ਬਦ ਹਨ। ਗੁਰੂ ਤੇਗ ਬਹਾਦਰ ਜੀ ਮਹਿਲ ਨਾਮੇ ਕੋ ਨਗਰ ਤਮਤਾਨ ਪਰਗਨਾ ਬਾਗਰ ਸੇ आलम खान रहेला शाही हुक्म गैल दिल्ली को लैकर आया। गुरु जी दिवाली ਨੂੰ ਤਮਤਾਨ ਪੁੱਜੇ ਸਨ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਦੀਆਂ ਤਿਆਰੀਆਂ ਪਏ ਕਰਦੇ ਸਨ ਕਿ ਔਰੰਗਜ਼ੇਬ ਵੱਲੋਂ ਬੁਲਾਵਾ ਆਇਆ। ਵਹੀ ਵਿੱਚ ਤਰੀਕ ਕੱਤਕ ਸੂਦੀ 2 1722 ਬਿਕਰਮੀ ਲਿਖੀ ਹੈ, ਜੋ ਅੰਗਰੇਜ਼ੀ ਦੇ ਹਿਸਾਬ ਨਾਲ 1 ਨਵੰਬਰ 1665 ਈਸਵੀ ਬਣਦੀ ਹੈ। ਆਪ ਜੀ ਦੇ ਨਾਲ ਹੀ ਉਸ ਸਮੇਂ ਦਿੱਲੀ ਵੱਲ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਗੋਪਾਲ ਦਾਸ ਜੀ ਪੁੱਤਰ ਛੋਟੇ ਮੱਲ, ਭਾਈ ਸੰਗਤੀਆ ਜੀ, ਭਾਈ ਜੇਠਾ ਜੀ, ਦਿਆਲ ਦਾਸ ਜੀ ਅਤੇ ਹੋਰ ਬਹੁਤ ਸੰਗਤ ਵੀ ਚੱਲ ਪਈ। ਇੱਥੋਂ ਵੀ ਇਹ ਪ੍ਰਤੀਤ ਹੁੰਦਾ ਹੈ ਕਿ ਗ੍ਰਿਫਤਾਰੀ ਨਾਲੋਂ ਇਹ ਗੱਲਬਾਤ ਦਾ ਹੀ ਸੱਦਾ ਸੀ। ਰਾਹ ਵਿੱਚ ਸੰਗਤਾਂ ਨੂੰ ਗੁਰੂ ਜੀ ਦਰਸ਼ਨ ਦਿੰਦੇ ਗਏ। ਤਮਤਾਨ ਤੋਂ ਖਰਕ ਅਤੇ ਉੱਥੋਂ ਖਟਕੜ ਪਿੰਡ ਵਿੱਚ ਪੁੱਜੇ। ਉੱਥੇ ਕੁਝ ਲੋਕਾਂ ਨੇ ਗੁਰੂ ਜੀ ਦੇ ਘੋੜੇ ਹਥਿਆਉਣੇ ਚਾਹੇ, ਪਰ ਜਦ ਘੋੜਿਆਂ ਨੇੜੇ ਆਉਣ ਤਾਂ ਕੁਝ ਦਿਸੇ ਹੀ ਨਾ। ਸਭ ਧਾੜਵੀ ਚਰਨੀ ਆਏ ਲੱਗੇ ਅਤੇ ਮਹਾਰਾਜ ਨੇ ਤੀਰ ਚਲਾ ਕੇ ਰਹਿਮਤ ਕਰਦੇ ਕਿਹਾ ਕਿ ਜਿੱਥੋਂ ਤੱਕ ਇਹ ਤੀਰ ਗਿਆ ਹੈ ਉੱਥੋਂ ਤੀਕ ਮਿੱਠਾ ਜਲ ਹੀ ਨਿਕਲੇਗਾ। ਉੱਥੋਂ ਜੀਂਦ ਅਤੇ ਫਿਰ ਟੱਕ ਪਿੰਡ ਜੋ ਬਹਿਰ ਜੱਖ ਦੇ ਪਾਸ ਹੈ ਗਏ। ਬਹਿਰ ਜੱਖ ਸਰਸਵਤੀ ਕਿਨਾਰੇ ਸੀ। ਕ੍ਰਿਸ਼ਨ ਜੀ ਨੇ ਕੁਰੂਕਸ਼ੇਤਰ ਦੀਆਂ 4 ਨੁਕਰਾਂ ਤੇ 4 ਜੱਖ ਖੜੇ ਕੀਤੇ ਸਨ ਕਿ ਜੰਗ ਤੋਂ ਨਸ ਕੋਈ ਨਾ ਜਾਏ। ਇਹ ਬਹਿਰ ਉਹਨਾਂ ਵਿੱਚੋਂ ਇੱਕ ਸੀ। ਮਹੰਤ ਤਰਲੋਕ ਦਾਸ ਨੂੰ ਭਗਤੀ ਵਿੱਚ ਲਗਾਇਆ। ਭਾਈ ਮੱਲਾ ਜੀ, ਜੋ ਇੱਕ ਕਿਰਤੀ ਸਿੱਖ ਸੀ, ਦੇ ਘਰ ਚਰਨ ਪਾਏ ਅਤੇ ਉਸਦੇ ਸਾਰੇ ਪਰਿਵਾਰ ਨੇ ਸੇਵਾ ਕੀਤੀ। ਕੈਥਲ ਵਿਖੇ ਜਿਸ ਨਿੰਮ ਦੇ ਦਰਖਤ ਦੇ ਟਾਹਣ ਹੇਠਾਂ ਬੈਠੇ,
ਉਸ ਟਾਹਣ ਦੇ ਪੱਤੇ ਮਿੱਠੇ ਹੋ ਗਏ। ਰਾਤ ਜਿਸ ਚੁਬਾਰੇ ਵਿਸ਼ਰਾਮ ਕੀਤਾ ਸੀ ਉੱਥੇ ਹੁਣ ਮੰਜੀ ਸਾਹਿਬ ਹੈ। ਉਹ ਘਰ ਇੱਕ ਤਰਖਾਣ ਸਿੱਖ ਦਾ ਸੀ। ਲੋਕਾਂ ਨੇ ਪੁੱਛਿਆ ਕਿ ਹਿੰਦੂਆਂ ਦੀਆਂ ਤਾਂ ਪੂਰਨਮਾਸ਼ੀਆਂ, ਮੱਸਿਆ ਅਤੇ ਹੋਰ ਪੁਰਬ ਹਨ, ਸਿੱਖਾਂ ਦਾ ਪੁਰਬ ਕਿਹੜਾ ਹੈ? ਮਹਾਰਾਜ ਨੇ ਬਚਨ ਕੀਤਾ, ਪ੍ਰਥਮੇ ਵਿਸਾਖੀ, ਦੂਜਾ ਦੀਵਾਲੀ। ਪਰ ਜਿਸ ਦਿਨ ਸਾਧ ਸੰਗਤ ਕਾ ਜੋੜ ਮੇਲਾ ਹੋਵੇ ਉਸ ਦਿਨ ਸਦੀਵੀ ਹੀ ਗੁਰਪੁਰਬ ਹੈ। ਗੁਰੂ ਅਤੇ ਸੰਗਤ ਇੱਕ ਰੂਪ ਹੈ, ਓਤ ਪੋਤ ਕੁਛ ਭੇਦ ਨਹੀਂ। ਉੱਥੋਂ ਪਹੋਵਾ ਪੁੱਜੇ। ਇੱਥੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਂਝੀ ਮੰਜੀ ਹੈ। ਗੁਰੂ ਅਮਰਦਾਸ ਜੀ ਅਤੇ ਗੁਰੂ ਹਰ ਰਾਏ ਨੇ ਚਰਨ ਪਾਏ ਸਨ। ਬਾਰਨਾ ਵਿੱਚ ਪੁੱਜੇ ਤਾਂ ਪੁੱਛਿਆ ਕਿ ਕਿਸੇ ਸਿੱਖ ਦਾ ਘਰ ਹੈ ਤਾਂ ਦੱਸਿਆ ਕਿ ਇੱਕ ਰਾਹਕ ਸਿੱਖ ਹੈ ਜੋ ਵਾਹੀ ਕਰਕੇ ਗੁਜ਼ਾਰਾ ਕਰਦਾ ਹੈ। ਆਪ ਜੀ ਉਸਦੇ ਘਰ ਹੀ ਟਿਕੇ ਅਤੇ ਉਸ ਤੇ ਰਹਿਮਤਾਂ ਕੀਤੀਆਂ। ਜਦ ਕਾਛੂ ਆਏ ਤਾਂ ਕਿ ਉਸਦੀ ਜ਼ਮੀਨ ਦਾ ਮਾਲੀਆ ਤੈਅ ਕੀਤਾ ਜਾ ਸਕੇ ਤਾਂ ਜੋ ਸਿੱਖ ਨੇ ਕਿਹਾ ਉਹਨਾਂ ਐਸਾ ਹੀ ਮੰਨ ਲਿਆ। ਗੁਰੂ ਜੀ ਨੇ ਬਖਸ਼ਿਸ਼ ਦੇ ਦਰ ਆ ਕੇ ਸੰਗਤਾਂ ਅਤੇ ਖਾਸ ਕਰਕੇ ਉਸ ਰਾਹਕ ਸਿੱਖ ਨੂੰ ਕਿਹਾ ਕਿ ਸਭ ਬਰਕਤਾਂ ਘਰ ਰਹਿਣਗੀਆਂ ਜੇ ਤੰਬਾਕੂ ਨੂੰ ਹੱਥ ਨਹੀਂ ਲਗਾਓਗੇ। ਇਹ ਅੱਤ ਮਾੜਾ ਨਸ਼ਾ ਹੈ, ਜਿਸ ਦਾ ਸੇਵਨ ਕਰੋਗੇ ਕੰਗਾਲੀ ਆ ਜਾਵੇਗੀ। ਜੋ ਕਮਾਵੋ ਵੰਡ ਕੇ ਛਕੋ, ਦਾਤਾ ਤੋਟ ਨਹੀਂ ਆਉਣ ਦੇਵੇਗਾ। ਭਾਈ ਸੰਤੋਖ ਸਿੰਘ ਨੇ ਗਵਾਹੀ ਦਿੱਤੀ ਹੈ ਕਿ ਉਸ ਖਾਨਦਾਨ ਨੇ ਜਦ ਤੱਕ ਤੰਬਾਕੂ ਨਾ ਪੀਤਾ ਬਰਕਤਾਂ ਘਰ ਰਹੀਆਂ ਅਤੇ ਜਦ ਹੁਕਮ ਵਿਸਾਰ ਤੰਬਾਕੂ ਸੇਵਨ ਸ਼ੁਰੂ ਕਰ ਦਿੱਤਾ ਤਾਂ ਸਭ ਕੁਝ ਚਲਾ ਗਿਆ ਅਤੇ ਕੰਗਾਲ ਹੋ ਗਏ। ਉੱਥੇ ਹੀ ਗੌੜੀ ਰਾਗ ਵਿੱਚ ਸ਼ਬਦ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਇਓ ਰਹਾਓ ਉਚਾਰਿਆ ਅਤੇ ਉੱਚੀ ਸੁਰ ਵਿੱਚ ਮਹਾਰਾਜ ਨੇ ਆਪੂ ਪੜ੍ਹਿਆ। ਇੱਕ ਮਾਈ ਦੀ ਸ਼ਰਧਾ ਪੂਰਤੀ ਕਰਦੇ ਹੋਏ ਉਸਦੇ ਘਰ ਜਾ ਕੇ ਉਚੇਚੇ ਤੌਰ ਤੇ ਤਿਆਰ ਕੀਤਾ ਚੋਲਾ ਪਹਿਨਿਆ। ਉੱਥੋਂ ਆਪ ਜੀ ਥਾਣੇਸਰ ਸ਼ਹਿਰ ਦੇ ਉੱਤਰ ਵੱਲ ਸਰਸਵਤੀ ਕਿਨਾਰੇ ਜਾ ਉਤਰੇ। ਸੂਰਜ ਗ੍ਰਹਿਣ ਲੱਗਾ ਹੋਇਆ ਸੀ। ਆਪ ਜੀ ਨੇ ਲੰਗਰ ਲਗਾਈ ਰੱਖੇ, ਕੀਰਤਨ ਹੁੰਦੇ ਰਹੇ। ਜਦ ਕੁਝ ਪੰਡਤਾਂ ਨੇ ਇਸ਼ਨਾਨ ਕਰਨ ਲਈ ਕਿਹਾ ਤਾਂ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਵਾਲੀ ਹੀ ਗੱਲ ਦੁਹਰਾਈ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ। ਗੁਰੂ ਨਾਨਕ ਜੀ ਦੇ ਫਰਮਾਨ ਅੰਤਰਗਤ ਤੀਰਥ ਮਲ ਨਾਓ ਪੜ੍ਹ ਕੇ ਸੁਣਾਏ ਅਤੇ ਕਿਹਾ, ਨਾਵਣ ਚਲੇ ਤੀਰਥੀ ਮਨ ਖੋਟ ਤਨ ਚੋਰ, ਇੱਕ ਭਾਉ ਲਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਸਮਝਾਉਂਦੇ ਹੋਏ ਕਿਹਾ ਕਿ ਤੂਮੜੀ ਜ਼ਹਿਰੀਲੀ ਨੂੰ ਜੇ ਪਾਣੀ ਵਿੱਚ ਵਾਰ-ਵਾਰ ਧੋਤਾ ਜਾਏ ਤਾਂ ਕਿ ਉਸਦਾ ਜ਼ਹਿਰ ਮੁੱਕ ਜਾਏਗਾ। ਚੋਰ ਚੋਰ ਹੀ ਹੈ, ਭਾਵੇਂ ਉਹ ਕਈ ਵਾਰ ਨਹਾਏ। ਉਪਦੇਸ਼ ਸਿੱਧੇ ਸੀਨੇ ਵੱਜਦੇ ਸਨ। ਸੂਰਜ ਪ੍ਰਕਾਸ਼ ਨੇ ਠੀਕ ਲਿਖਿਆ ਹੈ ਕਿ ਤੀਰਥਾਂ ਤੇ ਜਾਣਾ ਤਾਂ ਗੁਰੂ ਜੀ ਦਾ ਇੱਕ ਬਹਾਨਾ ਹੀ ਸੀ ਜਿਸ ਅਨੁਸਾਰ ਉਹ ਸਿੱਖਾਂ ਦਾ ਕਲਿਆਣ ਕਰਨਾ ਚਾਹੁੰਦੇ ਸਨ। ਤੀਰਥ ਮਜਨ ਕੀਨ ਬਹਾਨਾ ਚਾਹੇ ਕਰਨ ਸਿੱਖਣ ਕਲਿਆਣਾ। ਪੜਾ ਕੋਈ ਲਮੇਰਾ ਕਰਨ ਦਾ ਚਿੱਤ ਨਹੀਂ ਸੀ। ਸੰਗਤਾਂ ਨਾਲ ਬਹੁਤ ਸਨ। ਦੂਜੇ ਰਹੇਲਾ ਸਰਦਾਰ ਆਲਮ ਖਾਨ ਦਿੱਲੀ ਛੇਤੀ ਪੁੱਜਣ ਲਈ ਕਹਿ ਰਿਹਾ ਸੀ। ਉੱਥੇ ਆਪ ਜੀ ਕੁਰੂਕਸ਼ੇਤਰ ਤੋਂ ਮੁਣੀਆਪੁਰ ਅਤੇ ਡਿਉਢੀ ਸਾਹਿਬ ਹੁੰਦੇ ਬਣੀ ਬਦਰਪੁਰ ਪੁੱਜੇ, ਜੋ ਪਿੱਛੋਂ ਬਣੀ ਬਦਰਪੁਰ ਕਰਕੇ ਜਾਣਿਆ ਜਾਣ ਲੱਗਾ। ਉੱਥੋਂ ਦੇ ਇੱਕ ਗਾਹਕ ਨੇ ਜਲ ਪਾਣੀ ਦੀ ਥੋੜ੍ਹੀ ਦੀ ਤਕਲੀਫ ਦੱਸੀ ਤਾਂ ਆਪ ਜੀ ਨੇ ਰੁਪਇਆਂ ਦਾ ਭਰਿਆ ਇੱਕ ਬਦਰ ਉਸ ਨੂੰ ਦਿੱਤਾ। ਉਸ ਨਾਲ ਉਸ ਖੂਹ ਲਵਾਈ ਅਤੇ ਲਹਿਰ ਬਹਿਰ ਹੋਈ। ਪਿੰਡ ਦਾ ਨਾਂ ਹੀ ਬਣੀ ਬਦਰ ਪੈ ਗਿਆ। ਬਣੀ ਬਦਰ ਤੋਂ ਗੁਰੂ ਜੀ ਕਰਨਾਲ, ਪਾਣੀਪਤ, ਸੋਨੀਪਤ ਤੋਂ ਹੁੰਦੇ ਦਿੱਲੀ ਦਾਖਲ ਹੋਏ। ਅਸਾਮ ਬਿਰੰਜੀ ਦੇ ਲਿਖੇ ਅਨੁਸਾਰ ਦਿੱਲੀ ਦੱਖਣ ਹੋਣ ਵੇਲੇ ਆਪ ਜੀ ਨਾਲ 30,000 ਸਿੱਖ ਸੇਵਕ ਸਨ। ਸੋ ਗ੍ਰਿਫਤਾਰੀ ਵਾਲੀ ਗੱਲ ਤਾਂ ਨਹੀਂ ਜੱਚਦੀ, ਨਾ ਹੀ ਠੀਕ ਹੈ। ਮਿਰਜ਼ਾ ਰਾਜਾ ਜੈ ਸਿੰਘ ਦਾ ਪੁੱਤਰ ਰਾਮ ਸਿੰਘ ਆਪ ਜੀ ਨੂੰ ਆਪਣੀ ਹਵੇਲੀ ਆਦਰ ਨਾਲ ਲੈ ਗਿਆ। ਮਹਿਮਾ ਪ੍ਰਕਾਸ਼ ਅਨੁਸਾਰ ਔਰੰਗਜ਼ੇਬ ਦੇ ਦਰਬਾਰ ਵਿੱਚ ਹੀ ਸਵਾਲ ਜਵਾਬ ਹੋਏ। ਆਪ ਜੀ ਲਈ ਚੰਦਨ ਦੀ ਚੌਂਕੀ ਵੱਖ ਉੱਚੀ ਆਦਰ ਲਈ ਰੱਖੀ ਗਈ। ਸੋਹਣ ਲਾਲ ਸੂਰੀ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਗੁਰੂ ਜੀ ਨੂੰ ਮੁਖਾਤਿਬ ਕਰਦੇ ਹੋਏ ਬੜੇ ਆਦਰ ਨਾਲ ਸ਼ਬਦ ਆਖੇ। ਔਰੰਗਜ਼ੇਬ ਨੇ ਕਿਹਾ, ਅੱਲਾ ਦੇ ਫਕੀਰ ਦੇ ਸਰਬਰਾਹ, ਰੱਬ ਦੇ ਵਲੀਆਂ ਦੇ ਸਰਤਾਜ, ਰੱਬ ਦੇ ਢੰਡਾਊਆਂ ਦੇ ਆਗੂ, ਅੱਲਾ ਨੂੰ ਜਾਣਨ ਵਾਲਿਆਂ ਦੇ ਮੁਖੀ, ਤੁਸੀਂ ਆਏ, ਮਿਹਰ ਹੋਈ। ਔਰੰਗਜ਼ੇਬ ਦਾ ਇੱਕ ਹੀ ਕਹਿਣਾ ਸੀ ਕਿ ਕਰਾਮਾਤ ਦਿਖਲਾਓ। ਆਪ ਜੀ ਦਾ ਵੀ ਇੱਕੋ ਹੀ ਉੱਤਰ ਸੀ, ਨਾ ਲਾਇਕ ਫਕਰ ਕੋ ਕਰਾਮਾਤ ਕਰਨਾ ਹੈ ਨਿਸ ਦਿਨ ਸਦਾ, ਖੌਫ ਮੌਲਾ ਕੇ ਰਹਿਣਾ। ਕਰਾਮਾਤ ਦਿਖਾਉਣੀ ਰੱਬ ਦਾ ਸ਼ਰੀਕ ਬਣਨਾ ਹੈ ਅਤੇ ਐਸਾ ਖੁਦਾ ਨੂੰ ਨਹੀਂ ਪਾਉਂਦਾ।
करे जो करामात मुशरक कहावे, जो मुशरक काया ला शरीकै ना भावे। ਬੰਦੇ ਦਾ ਇੱਕ ਹੀ ਕਾਰਜ ਹੈ ਕਿ ਉਹ ਬੰਦਗੀ ਵਿੱਚ ਜੁਟਿਆ ਰਹੇ। ਫਿਰ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਨੌਵੇਂ ਪਾਤਸ਼ਾਹ ਨੇ ਕਿਹਾ ਕਿ ਅੱਲਾ ਦੀ ਬਰਕਤ ਨਾਲ ਤੁਹਾਨੂੰ ਤਖਤ ਪ੍ਰਾਪਤ ਹੋਇਆ ਹੈ, ਸੋ ਇਹ ਹੀ ਧਰਮ ਬਣਦਾ ਹੈ ਕਿ ਸਭ ਨੂੰ ਇੱਕ ਅੱਖ ਨਾਲ ਦੇਖੋ। ਤੁਮਕੋ ਬਾਸ਼ੀਨੀ ਰੱਬ ਦੀਨੀ, ਦੋਨੋਂ ਚਸ਼ਮ ਬਰਾਬਰ ਬੀਨੀ, ਰਾਜ ਨਿਆਂ ਹਲੀਮੀ, ਮਿਹਰ ਅਤੇ ਵਿਵੇਕ ਨਾਲ ਕਰਨਾ ਚਾਹੀਦਾ ਹੈ। ਬਾਦਸ਼ਾਹ ਅਯਾਲੀ ਅਤੇ ਮਾਲੀ ਵਾਂਗੂ ਹੁੰਦਾ ਹੈ, ਪਰਜਾ ਬੱਕਰੀਆਂ ਅਤੇ ਬਾਗ ਵਾਂਗੂ ਹੈ। ਇਹਨਾਂ ਦੀ ਜਿੰਨੀ ਪਾਲਣਾ ਕਰੀਏ ਉਨਾ ਵਧੇਰੇ ਲਾਭ ਹੁੰਦਾ ਹੈ। ਪਰਜਾ ਨੂੰ ਦੁੱਖ ਦੇਣ ਵਾਲੇ ਬਾਦਸ਼ਾਹ ਦੀ ਬਾਦਸ਼ਾਹੀ ਸੰਝ ਦੀ ਸੂਰਜ ਅਤੇ ਸੁੱਖ ਦੇਣ ਵਾਲਿਆਂ ਦੀ ਬਾਦਸ਼ਾਹੀ ਸਵੇਰ ਦਾ ਸੂਰਜ ਸਮਝਿਆ ਜਾਂਦਾ ਹੈ। ਬਾਦਸ਼ਾਹ ਬ੍ਰਿਸ਼ ਅਤੇ ਪਰਜਾ ਜੜ੍ਹਾਂ। ਜਿਹੜਾ ਬਾਦਸ਼ਾਹ ਪਰਜਾ ਨੂੰ ਤੜਫਾਉਂਦਾ ਹੈ ਉਹ ਆਪਣਾ ਨਾਸ਼ ਆਪ ਕਰ ਰਿਹਾ ਹੈ। ਰੱਬ ਨੂੰ ਜ਼ੋਰ ਜ਼ੁਲਮ ਜ਼ਬਰ ਚੰਗੇ ਨਹੀਂ ਲੱਗਦੇ। ਜ਼ੁਲਮ ਜ਼ੁਲਾਮੀ ਰੱਬ ਨਾ ਭਾਵੇ। ਫਿਰ ਜਦ ਔਰੰਗਜ਼ੇਬ ਨੇ ਗੁਰਗੱਦੀ ਦੇ ਝਗੜੇ ਅਤੇ ਦਾਅਵੇ ਬਾਰੇ ਜ਼ਿਕਰ ਕੀਤਾ ਤਾਂ ਆਪ ਜੀ ਨੇ ਫਰਮਾਇਆ ਕਿ ਸਾਡਾ ਕਿਸੇ ਨਾਲ ਵੀ ਝਗੜਾ ਨਹੀਂ, ਕਿਸੇ ਨਾਲ ਵੰਡ ਵੰਡਾਰਾ ਵੀ ਨਹੀਂ। ਹਮ ਦਾਵਾ ਕਾਹੂ ਸੋ ਨਾਹੀ, ਨਹੀਂ ਲੈਣ ਦੇਣ ਕਾਹੂ ਸੁਆਹੀ। ਇਹ ਸਭ ਸੁਣ ਦੇਖ ਔਰੰਗਜ਼ੇਬ ਨੂੰ ਵੀ ਕਹਿਣਾ ਪਿਆ ਕਿ ਗੁਰੂ ਤੇਗ ਬਹਾਦਰ ਫਕੀਰ ਲੋਕ ਹਨ, ਅੱਲਾ ਦੀ ਰਜ਼ਾ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਕੇਵਲ ਇੱਕ ਹੀ ਸਹਾਰਾ ਮੌਲਾ ਦਾ ਹੈ। ਰਹੇ ਰਜਾਏ ਮੈਂ ਅੱਲਾ ਫਕੀਰ, ਸੋ ਮੌਲਾ ਕੇ ਹੈ ਜਗ ਧੀਰ। ਔਰੰਗਜ਼ੇਬ ਨੇ ਚੁੱਪ ਧਾਰ ਲਈ। ਭਾਵੇਂ ਇਹ ਕਪਟ ਭਰੀ ਚੁੱਪ ਸੀ, ਪਰ ਉਸ ਫਿਰ ਗੁਰੂ ਤੇਗ ਬਹਾਦਰ ਜੀ ਸੰਬੰਧੀ ਕੋਈ ਗੱਲ ਨਹੀਂ ਗੌਲੀ। ਜਦ ਸ਼ਿਵਾਜੀ ਅਗਸਤ 17 1666 ਨੂੰ ਆਗਰੇ ਤੋਂ ਭੱਜ ਨਿਕਲੇ ਤਾਂ ਇੰਨਾ ਜ਼ਰੂਰ ਰਾਜਾ ਰਾਮ ਸਿੰਘ ਨੂੰ ਕਿਹਾ ਕਿ ਅੱਗੇ ਤੇਰੇ ਕਹਿਣ ਤੇ ਗੁਰੂ ਤੇਗ ਬਹਾਦਰ ਨੂੰ ਜਾਣ ਦਿੱਤਾ, ਹੁਣ ਤੂੰ ਸ਼ਿਵਾਜੀ ਨੂੰ ਨਸਾ ਦਿੱਤਾ ਹੈ। ਪਰ ਬਾਦਸ਼ਾਹ ਬਰੰਗੀ ਵਾਲੇ ਦਾ ਕਹਿਣਾ ਤਾਂ ਬਿਲਕੁਲ ਹੀ ਨਿਰਮੂਲ ਹੈ ਕਿ ਗੁਰੂ ਜੀ ਕੈਦ ਤੋਂ ਨਸ ਭੱਜੇ। ਗੁਰੂ ਜੀ ਤਾਂ ਆਪਣੇ ਸਿੱਖ ਸੇਵਕਾਂ ਨਾਲ ਉਸੇ ਤਰ੍ਹਾਂ ਪੂਰਬ ਦਾ ਦੌਰਾ ਕਰ ਰਹੇ ਸਨ। ਉਹਨਾਂ ਦੇ ਲਿਖੇ ਹੁਕਮਨਾਮੇ ਅਤੇ ਰਾਹ ਵਿੱਚ ਸੰਗਤਾਂ ਦਾ ਉਤਸ਼ਾਹ ਅਤੇ ਸ਼ਰਧਾ ਇਸ ਗੱਲ ਦਾ ਗਵਾਹ ਹੈ ਕਿ ਇਹ ਕੈਦੋਂ ਨਿਕਲ ਨਸਣ ਵਾਲੀ ਗੱਲ ਨਿਰਮੂਲ ਹੈ। ਜਦ ਫਿਰ ਗੁਹਾਟੀ ਮੁਗਲਾਂ ਹੱਥੋਂ ਨਿਕਲ ਗਿਆ ਤਾਂ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ 27 ਦਸੰਬਰ 1666 ਨੂੰ ਅਸਾਮ ਦੀ ਮੁਹਿੰਮ ਲਈ ਭੇਜਿਆ। ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਢਾਕਾ ਸਨ ਅਤੇ ਉਹਨਾਂ ਦੇ ਹੀ ਉਪਰਾਲੇ ਨਾਲ ਦੋਹਾਂ ਲੜਦੀਆਂ ਧਿਰਾਂ ਦਾ ਸਮਝੌਤਾ ਅਸਾਮ ਵਿਖੇ ਹੋਇਆ ਸੀ। ਔਰੰਗਜ਼ੇਬ ਨਾਲ ਹੋਈ ਇਹ ਮੁਲਾਕਾਤ 11 ਨਵੰਬਰ 1665 ਦੀ ਹੈ। ਮੇਰਾ ਖਿਆਲ ਹੈ ਕਿ ਇੱਥੇ ਮੁਲਾਕਾਤ ਦੇ ਭੁਲੇਖੇ ਦੂਜੀ ਮੁਲਾਕਾਤ ਸੂਰਜ ਪ੍ਰਕਾਸ਼ ਅਤੇ ਹੋਰ ਨਾਲ ਲਿਖ ਦਿੱਤੀ ਲੱਗਦੀ ਹੈ। ਇੱਕ ਤਾਂ ਮਹੀਨਾ ਉਹ ਹੀ ਹੈ ਅਤੇ ਦੂਜੇ ਤਾਰੀਖ ਵੀ ਉਹ ਸ਼ਹਾਦਤ ਵਾਲੀ। 11 ਨਵੰਬਰ ਸਿਰਫ ਸਾਲ ਦਾ ਫਰਕ ਹੈ। ਇਸ ਮੁਲਾਕਾਤ ਦਾ ਵਰ੍ਹਾ 1665 ਹੈ ਅਤੇ ਦੂਜੀ ਕਥਿਤ ਮੁਲਾਕਾਤ ਦਾ ਸਾਲ 1675 ਹੈ। ਅਸਲ ਗੱਲ ਇਹ ਹੈ ਕਿ ਸ਼ਹਾਦਤ ਵਾਲੇ ਦਿਨ ਔਰੰਗਜ਼ੇਬ ਪੰਜਾ ਸਾਹਿਬ ਸੀ ਅਤੇ ਮਾਂ ਆਸਰੇ ਆਲਮਗੀਰੀ ਨੇ ਜਲੂਸ ਆਲਮਗੀਰੀ ਦੇ 18ਵੇਂ ਸਾਲ ਭਾਵ 1675 ਦੀ ਉਸ ਤਰੀਕ ਨੂੰ ਪੰਜਾ ਸਾਹਿਬ ਵਿਖੇ ਹੋਈਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਜਿਵੇਂ ਪੰਜਾ ਸਾਹਿਬ ਵਿਖੇ ਇੱਕ ਬੁੱਢੀ ਮਾਈ ਦੀ ਵਾਰਤਾ ਲਿਖੀ ਹੈ। ਸੋ ਪੰਜਾ ਸਾਹਿਬ ਦੇ ਵਗਦੇ ਜਲ ਨਾਲ ਆਟੇ ਦੀ ਚੱਕੀ ਚਲਾ ਗੁਜ਼ਾਰਾ ਕਰਦੀ ਸੀ। ਸਰਕਾਰੀ ਅਹਲਕਾਰਾਂ ਨੇ ਜਲ ਦਾ ਵਹਾਅ ਬੰਦ ਕਰ ਦਿੱਤਾ ਅਤੇ ਉਹ ਵਿਚਾਰੀ ਭੁੱਖੀ ਮਰਨ ਲੱਗੀ। ਔਰੰਗਜ਼ੇਬ ਦੇ ਹੁਕਮ ਨਾਲ ਖਾਨ ਬਖਤਾਵਰ ਖਾਨ ਨੇ ਪਾਣੀ ਦਾ ਵਹਾਅ ਖੋਲ੍ਹਿਆ ਤੇ ਚੱਕੀ ਫਿਰ ਚੱਲਣ ਲੱਗ ਪਈ। ਹੁਕਮ ਕਿਤੋਂ ਵੀ ਦਿੱਤਾ ਜਾ ਸਕਦਾ ਹੈ ਅਤੇ ਸ਼ਹੀਦ ਕਰਨ ਦਾ ਸ਼ਾਹੀ ਹੁਕਮ ਹਸਨ ਅਬਦਾਲ ਤੋਂ ਹੀ ਭੇਜਿਆ ਸੀ। ਇੱਥੋਂ ਇਹ ਵੀ ਠੀਕ ਰਹੇਗਾ ਕਿ ਉਹ ਇੱਕ ਸਵਾਲ ਜੋ ਸੂਰਜ ਪ੍ਰਕਾਸ਼ ਦੇ ਲਿਖਾਰੀ ਦੇ ਕਹਿਣ ਅਨੁਸਾਰ ਮੁਲਾਕਾਤ ਵੇਲੇ ਮਹਾਰਾਜ ਨੇ ਕੀਤੇ ਉਸ ਦਾ ਵਰਣਨ ਕਰ ਦਿੱਤਾ ਜਾਏ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਉਹ ਕਿਹੜਾ ਕੰਮ ਹੈ ਜੋ ਤੇਰੇ ਕੋਲੋਂ ਨਹੀਂ ਹੋਇਆ ਅਤੇ ਸਾਡੇ ਕੋਲੋਂ ਕਰਵਾਉਣਾ ਚਾਹੁੰਦਾ ਹੈ। ਔਰੰਗਜ਼ੇਬ ਨੇ ਕਿਹਾ ਕਿ ਸ਼ਰ੍ਹਾ ਅਨੁਸਾਰ ਦੀਨ ਵਿੱਚ ਲਿਆਉਣਾ ਉਸ ਲਈ ਸਭ ਤੋਂ ਵੱਡਾ ਕੰਮ ਹੈ। ਜੋ ਮੰਨ ਜਾਂਦੇ ਹਨ ਉਹਨਾਂ ਨੂੰ ਮੈਂ ਭਰਾ ਸਮਝ ਲੈਂਦਾ ਹਾਂ ਅਤੇ ਜੋ ਅੜ ਜਾਂਦੇ ਹਨ ਉਹਨਾਂ ਨੂੰ ਦੁੱਖ ਦੇਣ ਨੂੰ ਮੈਂ ਹਰਜ ਨਹੀਂ ਜਾਣਦਾ। ਇਹ ਸੁਣ ਮਹਾਰਾਜ ਨੇ ਫਰਮਾਇਆ ਸੀ, ਜੋ ਖੁਦਾ ਦੀ ਆਗਿਆ ਹੋਵੇਗੀ ਉਹ ਹੀ ਹੋਵੇਗਾ। ਤੈਨੂੰ ਅਤੇ ਸਾਨੂੰ ਉਹ ਮੰਨਣ ਦੀ ਲੋੜ ਹੈ ਜਿਸ ਖੁਦਾ ਦੇ ਬਰਾਬਰ ਹੋਰ ਸੰਸਾਰ ਵਿੱਚ ਕੋਈ ਨਹੀਂ। ਮਹਾਰਾਜ ਨੇ ਰਤਾ ਕੋ ਦਲੀਲ ਦੀ ਚੋਟ ਮਾਰਦੇ ਕਿਹਾ, ਜੇ ਖੁਦਾ ਨੂੰ ਹਿੰਦੂ ਨਾ ਭਾਉਂਦੇ ਹੋਣ ਤਾਂ ਹਿੰਦੂ ਘਰ ਕੋਈ ਪੈਦਾ ਹੀ ਨਾ ਹੋਵੇ। ਇਹ ਸਾਰੀ ਸ੍ਰਿਸ਼ਟੀ ਖੁਦਾ ਦੀ ਹੈ ਅਤੇ ਇਸ ਵਿੱਚ ਆਪਣੇ ਆਪ ਨੂੰ ਜਾਣਨ ਦੀ ਲੋੜ ਹੈ। ਸਾਰਿਆਂ ਨੂੰ ਆਪਣਾ ਧਰਮ ਪਿਆਰਾ ਹੈ ਅਤੇ ਸੁੱਖਾਂ ਦੀ ਇੱਛਾ ਵਾਲੇ ਦੁਖੀ ਹੋ ਕੇ ਵੀ ਆਪਣਾ ਧਰਮ ਨਹੀਂ ਛੱਡਦੇ।
ਅਤੇ ਆਪਣੇ ਆਪਣੇ ਧਰਮ ਨੂੰ ਰੱਖਣ ਵਾਲਾ ਉੱਚ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਖੁਸ਼ਵਕਤ ਰਾਏ ਨੇ ਤਵਾਰੀਖ-ਏ ਸਿੱਖਾਂ ਵਿੱਚ ਲਿਖਿਆ ਹੈ ਕਿ ਔਰੰਗਜ਼ੇਬ ਦੀ ਇੱਕੋ ਇੱਕ ਭਾਵਨਾ ਸੀ ਕਿ ਹਿੰਦੂ ਧਰਮ ਦੇ ਸੋਮਿਆਂ ਨੂੰ ਮਿਟਾ ਕੇ ਕੇਵਲ ਮੁਸਲਮਾਨੀ ਧਰਮ ਨੂੰ ਚੱਲਦਾ ਰੱਖੇ। ਉਧਰ ਗੁਰੂ ਤੇਗ ਬਹਾਦਰ ਜੀ ਦੇ ਇਹ ਵਚਨ ਹੋਏ ਕਿ ਅਸਾਂ ਤਾਂ ਹਿੰਦੂ ਮੁਸਲਮਾਨਾਂ ਤੋਂ ਬਿਨਾਂ ਇੱਕ ਤੀਜਾ ਧਰਮ ਵੀ ਪੈਦਾ ਕਰਨਾ ਹੈ। ਅੱਜ ਅਸੀਂ ਇਤਜਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦੇ 95 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।